ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 सितंबर ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਕਾਊਂਟਡਾਊਨ ਤੁਹਾਡੇ ਸਾਹਮਣੇ ਰੱਖ ਦਈਏ। 88 ਦਿਨ 88 ਹਾਂਜੀ 88 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ 'ਚ। ਤੇ ਇਹ ਜਿਹੜਾ ਹਫਤਾ ਇਹਦੇ ਵਿੱਚ DGISI ਲੈਫਟੀਨੈਂਟ ਜਨਰਲ ਆਸਿਮ ਮਲਿਕ ਸਾਹਿਬ ਦੀ ਵੀ ਰਿਟਾਇਰਮੈਂਟ ਹੈ। ਵੇਖਨੇ ਕਿ ਹੁਣ ਉਹਨਾਂ ਨੂੰ ਐਕਸਟੈਂਸ਼ਨ ਲੱਭਦੀ ਹੈ ਜਾਂ ਉਹ ਰਿਟਾਇਰ ਹੋ ਕੇ ਘਰ ਜਾਂਦੇ ਨੇ। ਬਹਰਹਾਲ ਇਹ ਵੀ ਮੈਚ ਫਸਿਆ ਹੈ, ਥੋੜ੍ਹੀ ਦੇਰ 'ਚ ਪਤਾ ਲੱਗ ਜਾਏਗਾ ਵੀ ਇਸ ਮੈਚ ਦਾ ਨਤੀਜਾ ਕੀ ਨਿਕਲਦਾ। ਇਹ ਤੇ ਇਹ ਲੱਗ ਹੀ ਹੈ ਨਾ, ਹਫਤੇ ਦੀ ਗੱਲ ਹੈ। ਬਹਰਹਾਲ ਅਗਰ ਤੇ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਤੇ ਫਿਰ ਤੇ ਇਹਦਾ ਮਤਲਬ ਹੈ ਕਿ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹ ਆਪ ਵੀ ਰਿਟਾਇਰ ਹੋ ਕੇ ਜਾਣਾ ਕੋਈ ਨਹੀਂ ਚਾਹੁੰਦੇ। 88 ਦਿਨਾਂ ਬਾਅਦ ਜਾਣਾ ਤਾਂ ਉਹ ਵੈਸੇ ਚਾਹੁੰਦੇ ਨਹੀਂ, ਲੇਕਿਨ ਫਿਰ ਇਹਦਾ ਮਤਲਬ ਉਹਨਾਂ ਫੀਲਡਿੰਗ ਜਿਹੜੀ ਹੈ ਪੂਰੀ ਲਾ ਦਿੱਤੀ। ਅਗਰ ਉਹ ਕਿਤੇ ਥੱਲੇ ਫੈਸਲ ਨਸੀਰ ਸਾਹਿਬ ਜਾਂ ਕਿਸੇ ਹੋਰ ਨੂੰ ਜਿਹੜਾ ਉਹ ਪ੍ਰਮੋਟ ਕਰਕੇ ਲਿਆਉਂਦੇ ਨੇ, ਫਿਰ ਸੂਰਤ ਹਾਲ ਹੋਰ ਹੋਏਗੀ। ਇਹਦੇ ਵਿੱਚ ਦੇਖਦੇ ਹਾਂ ਜ਼ਾਹਿਰ ਸ਼ਰੀਫ ਖਾਨਦਾਨ ਜਿਹੜਾ ਹੈ ਉਹ ਹੁਣ ISI ਦੇ ਚੀਫ ਦੇ ਵਿੱਚ ਕਿੰਨਾ ਕੁ ਰੋਲ ਪਲੇ ਕਰ ਸਕਦਾ। ਮੈਂ ਤਾਂ ਨਹੀਂ ਕਹਿ ਸਕਦਾ, ਮੇਰੇ ਖਿਆਲ ਤੇ ਅੱਜ ਕੱਲ੍ਹ DPO ਨਹੀਂ ਲਾ ਸਕਦੇ। ਲੇਕਿਨ ਦੂਜੇ ਪਾਸੇ ਫੀਲਡ ਮਾਰਸ਼ਲ ਸਾਹਿਬ ਵੀ ਬੜੇ ਸ਼ੈਤਾਨ ਨੇ। ਉਹਨਾਂ ਨੇ ਇਹ ਜਿਹੜਾ ਨਵਾਂ ਕੰਮ ਸ਼ੁਰੂ ਕਰਾਇਆ ਹੈ ਕਿ ਬਾਜੀ ਮਰੀਮ ਦੇ ਬੈਨਰ ਜਿਹੜੇ ਨੇ ਇਹ ਪਾਕ ਫੌਜ ਦੇ ਜਵਾਨ ਲਾ ਰਹੇ ਨੇ। ਹੋ ਸਕਦਾ ਹੈ ਕਿ ਉਹ ਜ਼ਰਾ ਇਹਨਾਂ ਨੂੰ, ਜਿਵੇਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਜੇ ਇਸ ਵੇਲੇ ਮੱਝ ਦੁੱਧ ਨਾ ਦਿੰਦੀ ਹੋਵੇ ਤਾਂ ਉਹਨੂੰ ਕਈ ਵਾਰੀ ਖਲ ਖੁਲ ਪਾ ਦਿੰਦੇ ਨੇ ਲੋਕੀ ਅਗਲੇ ਪਾਸੇ। ਪਿੰਡਾਂ 'ਚ ਰਹਿਣ ਵਾਲਿਆਂ ਨੂੰ ਇਹ ਪਤਾ ਹੈ ਵੀ ਮੱਝ ਨੂੰ ਜਦੋਂ ਚੋਣਾ ਹੋਵੇ ਉਸ ਵੇਲੇ ਉਹਨੂੰ ਚੰਗੀ ਰੋਟੀ ਦਿੱਤੀ ਜਾਂਦੀ ਹੈ ਖਾਣ ਪੀਣ ਨੂੰ, ਮਤਲਬ ਖਲ ਛਲ ਦਿੱਤੀ ਜਾਂਦੀ ਹੈ। ਇੰਝ ਹੀ ਸਮਝੋ ਵੀ ਜਿਵੇਂ ਮੁਰਗ ਮੁਸੱਲਮ ਦਿੱਤਾ ਜਾਵੇ ਤਾਂ ਮੱਝ ਉਹਦੇ ਆਰੇ ਲੱਗਦੀ ਹੈ, ਭੁੜਕਦੀ ਭੜਕਦੀ ਘੱਟ ਹੈ ਤੇ ਪਿੱਛੋਂ ਜਿਹੜੇ ਸਾਈ ਨੇ ਉਹਨੂੰ ਚੋ ਲੈਂਦੇ ਨੇ। ਇਹ ਨੂਨ ਲੀਗ ਨਾਲ ਫੀਲਡ ਮਾਰਸ਼ਲ ਸਾਹਿਬ ਉਹੀ ਕੰਮ ਕਰ ਰਹੇ ਨੇ ਮੇਰੇ ਖਿਆਲ 'ਚ। ਹੋ ਸਕਦਾ ਹੈ ਜਾਂ ਫਿਰ ਵਾਕਈ ਹੋ ਸਕਦਾ ਵੀ ਉਹ ਪੰਜਾਬ ਪੁਲਿਸ ਵਾਲਾ ਹੀ ਕੰਮ ਹੋ ਗਿਆ ਪਾਕ ਫੌਜ ਦੇ ਨਾਲ ਵੀ ਇਸ ਵੇਲੇ, ਇਹ ਮੈਂ ਨਹੀਂ ਕਹਿ ਸਕਦਾ। ਲੇਕਿਨ ਬਹਰਹਾਲ ਜਿਹੜੇ ਬੈਨਰ ਲਾਉਣ ਵਾਲਾ ਕੰਮ ਹੈ ਇਹਦੇ ਵਿੱਚ ਇੱਕ ਸ਼ਰਾਰਤ ਇਹ ਵੀ ਹੋ ਸਕਦੀ ਹੈ ਵੀ ਐਕਸਟੈਂਸ਼ਨ ਲੈਣੀ ਹੈ। ਇਸ ਲਈ ਮੁਕੰਮਲ ਉਹਨਾਂ ਨੂੰ ਹੁਣ ਜਿਹੜਾ ਉਹ ਹੱਥ 'ਚ ਕਰ ਰਹੇ ਨੇ, ਬੋਤਲ 'ਚ ਉਤਾਰ ਰਹੇ ਨੇ ਫੀਲਡ ਮਾਰਸ਼ਲ ਸਾਹਿਬ ਕਿ ਕਿਸੇ ਤਰੀਕੇ ਨਾਲ ਨਵਾਜ਼ ਸ਼ਰੀਫ ਤੇ ਸਾਰੇ ਜਿਹੜੇ ਮੰਨ ਜਾਣ। ਬਾਕੀ ਦੂਜੇ ਪਾਸੇ ਅਗਰ ਹਕੀਕੀ ਤੌਰ 'ਤੇ ਸੋਚੀਏ ਤੇ ਉਹਨਾਂ ਵਿਚਾਰਿਆਂ ਦੇ ਕੋਲ ਸਪੇਸ ਵੀ ਕੋਈ ਨਹੀਂ ਇਨਕਾਰ ਕਰਨ ਦੀ। ਐਵੇਂ ਅਸੀਂ ਉਹਨਾਂ ਨੂੰ, ਉਹ ਤੇ ਆਪੇ ਇਹਨਾਂ ਦੇ ਮਰੂਨੇ ਮਿੰਨਤ ਨੇ ਫੀਲਡ ਮਾਰਸ਼ਲ ਦੇ। ਉਹਨਾਂ ਕਾਹਦੀ ਐਕਸਟੈਂਸ਼ਨ ਰੋਕਣੀ ਤੇ ਕਾਹਦੀ ਦੇਣੀ। ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਕਿਤੇ DPO ਨਹੀਂ ਲਾ ਸਕਦਾ, ਹਰ ਸ਼ੈ ਮੋਹਸਨ ਨਕਵੀ ਕਰਨ ਡਿਆ, ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਫਿਰ ਜਿਹੋ ਜੀ ਅੱਗੋਂ ਮੀਆਂ ਸਾਹਿਬ ਦੀ ਧੀ ਮਤਲਬ ਸਾਡੀ ਭੈਣ ਨਿਕਲੀ ਹੈ ਦਿਮਾਗੀ ਤੌਰ 'ਤੇ, ਉਹ ਤੁਹਾਡੇ ਸਾਹਮਣੇ ਹੈ। ਉਹ ਹੁਣ ਮਸਜਿਦ ਦੇ ਉੱਤੇ ਤਸਵੀਰ ਲਵਾ ਛੱਡੀ ਹੈ। ਇਹ ਮੰਡੀ ਬਹੁਦੀਨ ਤੋਂ ਪਤਾ ਲੱਗਾ ਵੀ ਬਾਜੀ ਨੇ ਮਸਜਿਦ ਦੇ ਉੱਤੇ ਆਪਣੀ ਤਸਵੀਰ ਲਵਾਤੀ। ਹੁਣ ਇਹਦੇ 'ਤੇ ਮੈਂ ਬਹੁਤੀ ਗੱਲ ਕਰਾਂਗਾ ਤਾਂ ਮਜ਼ਹਬੀ ਜਿਹੜੇ ਫਤਵੇ ਆ ਜਾਂਦੇ ਨੇ ਕਿ ਇਹ ਕਰ ਦਿੱਤਾ ਤੇ ਉਹ ਕਰ ਦਿੱਤਾ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਇਹ ਹੁਣ ਬਾਜੀ ਨੂੰ ਵੀ ਖਿਆਲ ਕਰਨਾ ਚਾਹੀਦਾ। ਤੇ ਜੇ ਬਾਜੀ ਨਹੀਂ ਕਰਦੀ ਤੇ ਨੂਨ ਲੀਗ ਦੀ ਜਿਹੜੀ ਲੀਡਰਸ਼ਿਪ ਹੈ, ਮਸਲ ਨਵਾਜ਼ ਸ਼ਰੀਫ ਸਾਹਿਬ ਨੇ, ਸ਼ਹਬਾਜ਼ ਸ਼ਰੀਫ ਨੇ, ਦੂਜੇ ਇਹਨਾਂ ਦੇ ਘਰ ਦੇ ਲੋਕ ਨੇ, ਉਹ ਹੋਰ ਕੁਝ ਵੀ ਨਹੀਂ ਕਰਦੇ। ਇਹਨਾਂ ਨੂੰ ਕਿਤੋਂ ਦਵਾਈ ਲੈ ਦੇਣ, ਕਿਸੇ ਡਾਕਟਰ ਕੋਲ ਲੈ ਜਾਣ, ਕਿਸੇ ਸਾਈਕੈਟਰਿਸਟ ਕੋਲ ਲੈ ਜਾਣ, ਇਹਨਾਂ ਨੂੰ ਦਵਾਈ ਲੈ ਦੇਣ। ਮਤਲਬ ਮੱਝਾਂ ਦੀ ਜਿਹੜੀ ਖਾਲ ਹੈ ਉਹਦੀ ਬੋਰੀ 'ਤੇ ਵੀ ਆਪਣਾ ਨਾਂ ਲਿਖਵਾਉਣਾ ਹੈ, ਤਸਵੀਰ ਲਵਾਉਣੀ ਹੈ। ਲੋਕਾਂ ਨੂੰ ਰਾਸ਼ਨ ਦੇਣ ਦੇ ਉੱਤੇ ਵੀ ਆਪਣਾ ਨਾਂ ਲਿਖਵਾਉਣਾ, ਤਸਵੀਰ ਲਿਖਵਾਉਣੀ ਹੈ। ਬਿਰਿਆਨੀ ਦੇ ਡੱਬੇ ਦੇ ਉੱਤੇ, ਜਨਾਜ਼ਗਾਹ ਦੇ ਉੱਤੇ, ਕਬਰਸਤਾਨ ਦੇ ਉੱਤੇ। ਹੁਣ ਕੰਮ ਵੱਧਦਾ ਜਿਹੜਾ ਉਹ ਮਸਜਿਦ ਦੇ ਉੱਤੇ ਵੀ ਆਪਣੀ ਫੋਟੋ ਲਵਾਤੀ ਹੈ। ਹੁਣ ਮੈਨੂੰ ਨਹੀਂ ਪਤਾ ਵੀ ਇਹ ਕੰਮ ਕਿੱਥੋਂ ਡੱਕਿਆ ਜਾਣਾ। ਬਹਰਹਾਲ ਦੂਜੇ ਪਾਸੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਆਰਮੀ ਚੀਫ ਸਾਹਿਬ ਨੇ ਉਹਨਾਂ ਨੇ ਵੀ ਇਸ ਵੇਲੇ ਫੌਜ ਨੂੰ ਆਖਿਆ ਵੀ ਬੰਨੋ ਵੀ ਬੈਨਰ ਜਿਹੜੇ ਨੇ ਉਹ ਮਰੀਮ ਨਵਾਜ਼ ਦੇ ਨਾਂ ਦੇ। ਵੇਖਦੇ ਹਾਂ ਜੀ ਕੀ ਬਣਦਾ ਅਗਲੇ ਪਾਸੇ। ਲੇਕਿਨ ਮੀਆਂ ਜਵੇਲ ਲਤੀਫ ਸਾਹਿਬ ਤੀਜੇ ਕੁ ਦਿਨ TV 'ਤੇ ਆਉਂਦੇ ਹੁੰਦੇ ਨੇ, ਅੱਜ ਕੱਲ੍ਹ ਆ ਨਹੀਂ ਰਹੇ। ਉਹ ਜਿਹੜਾ ਵੀ ਕੰਮ ਹੁੰਦਾ ਨਾ ਆਉਂਦੇ ਨੇ ਸਹੂਲਤਕਾਰੀ ਹੋ ਰਹੀ ਹੈ। ਇਮਰਾਨ ਖਾਨ ਸਾਹਿਬ ਨੂੰ ਸਜ਼ਾ ਹੋ ਜਾਏ ਅਦਾਲਤ 'ਚੋਂ, ਆਉਂਦੇ ਨੇ ਸਹੂਲਤਕਾਰੀ ਹੋ ਰਹੀ ਹੈ। ਉਹਨਾਂ ਨੂੰ ਜ਼ਮਾਨਤ ਮਿਲ ਜਾਏ, ਆਉਂਦੇ ਨੇ ਸਹੂਲਤਕਾਰੀ ਹੋ ਰਹੀ ਹੈ। ਉਹ ਕਹਿਣਾ ਇਹ ਚਾਹੁੰਦੇ ਹੁੰਦੇ ਨੇ ਵੀ ਇਸ ਵੇਲੇ ਦੀ ਜਿਹੜੀ ਫੌਜ ਹੈ ਇਹ ਰਲੀ ਹੈ ਇਮਰਾਨ ਖਾਨ ਨਾਲ, ਤੇ ਸਾਰੇ ਕੰਮ ਇਸ ਤੋਂ ਕਰਦੇ ਨੇ ਵੀ ਇਮਰਾਨ ਖਾਨ ਨੂੰ ਤਾਕਤਵਰ ਕਰ ਰਹੇ ਨੇ, ਪਾਪੂਲਰ ਕਰ ਰਹੇ ਨੇ। ਇਹ ਉਹ ਬਿਆਨੀਆਂ ਦਿੰਦੇ ਨੇ। ਮਤਲਬ ਉਹ ਵੋਟ ਨੂੰ ਇੱਜ਼ਤ ਦਾ ਬਿਆਨੀਆਂ ਜਿਹੜਾ ਮੀਆਂ ਨਵਾਜ਼ ਸ਼ਰੀਫ ਵੀ ਨਹੀਂ ਹੁਣ ਵੇਚ ਰਹੇ, ਉਹਨੂੰ ਵੀ ਇਸ ਵੇਲੇ ਵੀ ਮੀਆਂ ਜਵੇਲ ਲਤੀਫ ਸਾਹਿਬ ਵੇਚਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਮੀਆਂ ਸਾਹਿਬ ਨੂੰ ਕੋਈ ਇਹ ਵਿਖਾਵੇ ਜਿਹੜੀਆਂ ਤਣੀਆਂ ਬਣ ਰਹੇ ਨੇ ਬੈਨਰ ਦੀਆਂ, ਫੌਜੀ ਭਰਾ ਜਿਹੜੇ ਬਣ ਰਹੇ ਨੇ ਸਾਡੇ, ਇਹ ਮੀਆਂ ਜਵੇਲ ਲਤੀਫ ਨੂੰ ਕੋਈ ਵਿਖਾਵੇ ਤੇ ਪੁੱਛੇ ਕਿ ਜਨਾਬ ਇਹ ਵੀ ਸਹੂਲਤਕਾਰੀ ਹੋ ਰਹੀ ਇਹ ਵੀ ਇਮਰਾਨ ਖਾਨ ਦੀ ਸਹੂਲਤਕਾਰੀ ਹੋ ਰਹੀ ਹੋਣੀ ਹੈ ਮਰੀਮ ਨਵਾਜ਼ ਦੇ ਬੈਨਰ ਬਣ ਕੇ। ਬਹਰਹਾਲ ਅਖੀਰ ਹੈ ਬਈ 98% ਆਵਾਮ ਜਿਹੜੀ ਸ਼ਖਸੀਅਤ ਦੀ ਸ਼ਕਲ ਨਹੀਂ ਵੇਖਣਾ ਚਾਹੁੰਦੀ, ਉਹਦੇ ਬੈਨਰ ਜਿਹੜੇ ਨੇ ਉਹ ਫੌਜ ਬਣ ਰਹੀ ਹੈ। ਅਤੇ ਫੌਜ ਵਾਲੇ ਆਪਣੇ ਨਾਲ ਇਹ ਕਿਉਂ ਕਰ ਰਹੇ ਨੇ, ਐਡੀ ਦੂਰ ਕਿਉਂ ਜਾ ਰਹੇ ਨੇ ਇੱਕ ਸਿਆਸੀ ਮਾਮਲੇ ਦੇ ਵਿੱਚ, ਆਪਣੇ ਵਾਸਤੇ ਇੰਨੀ ਆਵਾਮ ਦੇ ਵਿੱਚ ਜਿਹੜੀ ਹੈ ਉਹ ਇੱਕ, ਕੀ ਮੈਂ ਲਫ਼ਜ਼ ਆਖਾਂ ਕਿ ਆਵਾਮ ਦੇ ਵਿੱਚ ਜਿਹੜੀ ਇੱਕ ਨਾਪਸੰਦੀਦਗੀ ਇੰਨੀ ਆਪਣੀ ਕਿਉਂ ਕ੍ਰੀਏਟ ਕਰਵਾ ਰਹੇ ਨੇ। ਮਤਲਬ ਇੱਕ ਐਡੀ ਨਾਪਸੰਦੀਦਾ ਸ਼ਖਸੀਅਤ ਦੇ ਨਾਲ ਜਾ ਕੇ ਖਲੋ ਕੇ ਤੇ ਆਪਣਾ ਵੀ ਕੰਮ ਖਰਾਬ ਕਰਾਉਣ ਵਾਲੀ ਗੱਲ ਹੈ। ਇਹ ਸਭ ਕੁਝ ਕਿਉਂ ਹੋ ਰਿਹਾ ਮੇਰੀ ਸਮਝ ਤੋਂ ਬਾਹਰ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਇਹ ਇੱਕ ਬਾਬਾ ਜੀ ਨੂੰ ਇਹਨਾਂ ਨੇ, ਤਾਰੜ ਸਾਹਿਬਾ ਜਿਹੜੀਆਂ ਸਨ ਉਹਨਾਂ ਨੇ ਬਾਬਾ ਜੀ ਨੂੰ 2 ਵਾਰੀ 3 ਵਾਰੀ ਇੱਕੋ ਹੀ ਵੀਡੀਓ 'ਚ ਵਿਖਾਇਆ, ਮਤਲਬ ਡਿਫਰੈਂਟ ਵੀਡੀਓ ਦੇ ਹਿੱਸਿਆਂ ਦੇ ਵਿੱਚ, ਕਿ ਉਹ ਜਨਾਬ ਪਾਣੀ 'ਚ ਉਹਨਾਂ ਨੂੰ ਰੈਸਕਿਊ ਕੀਤਾ ਗਿਆ। ਅੱਛਾ, ਬਾਅਦ ਦੇ ਵਿੱਚ ਜਿਸ ਵੇਲੇ ਵੀਡੀਓ ਆਮ ਹੋ ਗਈ ਤਾਂ ਲੋਕਾਂ ਨੇ ਕਿਹਾ ਵੀ ਇੱਕੋ ਹੀ ਬਾਬਾ ਜੀ ਨੇ ਉਹਨਾਂ ਨੂੰ ਬਾਰ-ਬਾਰ ਪਾਣੀ 'ਚੋਂ ਕੱਢੀ ਜਾਂਦੇ ਹੋ। ਹੁਣ ਨੂਨ ਲੀਗ ਵਾਲੇ ਹੁਣ ਤਾਂ ਝੂਠ ਨਾ ਮਾਰਨ,
ਉਹਨਾਂ ਝੂਠੇ ਮਾਰਿਆ ਕਿ ਜਨਾਬ ਇਹ ਬਾਬਾ ਜੀ ਇਹਨਾਂ ਨੂੰ ਪਹਿਲਾਂ ਰੈਸਕਿਊ ਕੀਤਾ ਸੀ, ਫਿਰ ਆਪਣੀਆਂ ਮੱਝਾਂ ਵੇਖਣ ਗਏ ਸਨ, ਇਸ ਲਈ ਪਾਣੀ ਦੇ ਵਿੱਚ ਫਿਰ ਵੜ ਗਏ ਸਨ। ਬੱਲੇ ਹੋ ਸ਼ੇਰ ਬੱਗੇ ਹੋ, ਮਤਲਬ ਜਿਹਨੂੰ ਤੁਸੀਂ ਰੈਸਕਿਊ ਕਰ ਲਿਆ ਉਹਨੇ ਫਿਰ ਜਦੋਂ ਪਾਣੀ ਮੱਝਾਂ ਵੇਖਣ ਜਾਣੀਆਂ ਤਾਂ ਤੁਸੀਂ ਉਹਨੂੰ ਕਸ਼ਤੀ ਨਹੀਂ ਦਿੱਤੀ ਦੁਬਾਰਾ, ਹੈ ਪਹਿਲਾਂ ਤੁਸੀਂ ਉਹਨੂੰ ਫਿਰ ਪਾਣੀ ਸੁੱਟਿਆ, ਫਿਰ ਕਸ਼ਤੀ ਨਾਲ ਰੈਸਕਿਊ ਕੀਤਾ। ਮੈਂ ਕਮਾਲ ਜਾਵਾਂ। ਉਹ ਕੱਲ ਹਸਨ ਨਿਸਾਰ ਸਾਹਿਬ ਨੇ ਕਿਹਾ ਵੀ ਜਿਸ ਵੇਲੇ ਇਹਨਾਂ ਕੋਲੋਂ ਪੁੱਛੋ ਕਿ ਜਾਪਾਨ ਜਿਹੜੇ ਇਹ ਘਰ ਦਾ ਟੱਬਰ ਦੇ ਲੋਕ ਗਏ ਸਨ ਉਹਨਾਂ ਨੇ ਟਿਕਟਾਂ ਕਿੱਥੋਂ ਲਈਆਂ ਸਨ, ਤੇ ਆਂਦੇ ਨੇ ਉਹਨਾਂ ਟਿਕਟਾਂ ਆਪਣੀਆਂ ਖਰੀਦੀਆਂ ਸਨ। ਹਸਨ ਨਿਸਾਰ ਸਾਹਿਬ ਨੇ ਆਖਿਆ ਵੀ ਬੰਦਾ ਕੋਈ ਝੂਠ ਵੀ ਸਲੀਕੇ ਨਾਲ ਮਾਰਦਾ ਹੈ, ਗਏ 에ਅਰਫੋਰਸ ਦੇ ਜਹਾਜ਼ ਤੇ, ਸੋ 에ਅਰਫੋਰਸ ਵਾਲੇ ਕਦੋਂ ਦੀਆਂ ਟਿਕਟਾਂ ਵੇਚਣਾ ਸ਼ੁਰੂ ਹੋ ਗਏ ਨੇ ਜਹਾਜ਼ ਦੇ, ਸਾਨੂੰ ਵੀ ਜ਼ਰਾ ਦੱਸ ਦਿਓ। ਮਤਲਬ ਇਹ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਇਹਨਾਂ ਨੂੰ ਝੂਠ ਵੀ ਨਹੀਂ ਮਾਰਨਾ ਆਉਂਦਾ, ਇਹਨਾਂ ਦਾ ਰੌਲਾ ਇਹ ਹੈ। ਬਹਰਹਾਲ ਹੁਣ ਉਹ ਵੀਡੀਓ ਮੰਜ਼ਰੇ ਆਮ ਤੇ ਆ ਗਈ ਹੈ ਤੇ ਉਹ ਝੂਠ ਫੜਿਆ ਗਿਆ ਤੇ ਉਹ ਜਿਹਨੂੰ 2 ਦਫਾ ਰੈਸਕਿਊ ਕੀਤਾ ਸੀ ਉਹ ਸਾਰਾ ਡਰਾਮਾ ਸੀ, ਝੂਠੋ ਝੂਠ 44 ਬਸ ਅੱਜ ਕੱਲ੍ਹ ਫਿਲਮਾਂ ਬਣ ਰਹੀਆਂ ਨੇ ਹਰ ਥਾਂ ਤੇ, ਹੋਰ ਕੰਮ ਕੋਈ ਨਹੀਂ ਹੋ ਰਿਹਾ। ਅੱਛਾ ਜੀ, ਇਹ ਇੱਕ ਮਰੀਮ ਨਵਾਜ਼ ਸਾਹਿਬਾ ਦਾ ਦਾਦਾ, ਇੱਕ ਤੇ ਮੀਆਂ ਸ਼ਰੀਫ ਸਾਹਿਬ ਇਹਨਾਂ ਦੇ ਦਾਦਾ ਸਨ ਨਾ, ਉਹ ਤੇ ਇਹਨਾਂ ਦੇ ਜ਼ਾਹਿਰ ਹੈ ਅਸਲ ਦਾਦਾ ਸਨ। ਇਹ ਇਹਨਾਂ ਦੇ ਇੱਕ ਨਫਸੀਆਤੀ ਕਵੋ, ਜਿਹੜੇ ਜੋ ਵੀ ਤੁਸੀਂ ਆਖਣਾ ਇਹਨਾਂ ਨੂੰ, ਇਹਨਾਂ ਦੇ ਇੱਕ ਰੂਹਾਨੀ ਕਵੋ, ਇਹ ਦਾਦਾ ਜੀ ਨੇ ਇਹਨਾਂ ਦੇ, ਇਹਨਾਂ ਨੂੰ ਖੁਦ ਕਹਿੰਦੀਆਂ ਨੇ ਮਰੀਮ ਸਾਹਿਬਾ ਦਾਦਾ। ਇਹ ਜਿਹੜੇ ਦਾਦਾ ਜੀ ਨੇ ਮਰੀਮ ਸਾਹਿਬਾ ਦੇ, ਇਹ ਗਲਾਜ਼ਤ ਨਾਲ ਭਰਪੂਰ ਨੇ, ਗਾਲੀ ਗਲੋਚ ਹੀ ਕਰਦੇ ਨੇ। PTV ਤੇ ਇਹਨਾਂ ਨੌਕਰੀ ਦਿੱਤੀ ਹੈ, ਤੁਹਾਡੇ ਸਾਡੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਪੈਸੇ ਦਿੱਤੇ ਜਾਂਦੇ ਨੇ। ਇਹ ਹੁਣ ਵੈਸੇ ਤਾਂ ਮਸ਼ਹੂਰ ਨੇ ਕਿ ਬੜੇ ਗਲੀਜ਼ ਨੇ, ਇਹ ਕੋਈ ਨਵੀਂ ਗੱਲ ਨਹੀਂ, ਲੇਕਿਨ ਹੁਣ ਇਹਨਾਂ ਨਵਾਂ ਹੀ ਕੰਮ ਕਰ ਦਿੱਤਾ। ਸਲਾਬ ਦੇ ਦਿਨਾਂ ਦੇ ਵਿੱਚ ਇਹ ਆਂਦੇ ਨੇ ਵੀ ਇਹ ਸਾਨੂੰ ਜਿਹੜੇ ਸਿੰਧੀ ਨੇ ਬਾਂਦਰ ਮਿਲੇ ਨੇ ਸਾਰੇ, ਤੇ ਇਹ ਬਾਂਦਰ ਤਰ੍ਹਾਂ ਟਪੂਸਣੀਆਂ ਮਾਰਦੇ ਨੇ ਤੇ ਸਿੰਧੂ 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 ਸਿੰਧ ਦਰਿਆ ਦੀ ਗੱਲ ਕਰਦੇ ਨੇ, ਸਿੰਧੂ 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 ਕਰਦੇ ਨੇ ਹਰ ਲਫ਼ਜ਼ ਨਾਲ। ਤੇ ਹੁਣ ਉਹਨਾਂ ਆਖਿਆ ਵੀ ਬੜਾ ਤੁਹਾਨੂੰ ਪਾਣੀ ਦਾ ਰੌਲਾ ਸੀ ਵੀ ਪਾਣੀ ਨਹੀਂ ਘੱਲਦੇ ਪੰਜਾਬ ਵਾਲੇ, ਤੇ ਇਸ ਪਾਸਿਓਂ ਇਹ ਲਓ ਅਸੀਂ ਪਾਣੀ ਘੱਲ ਦਿੱਤਾ, ਹੁਣ ਆਉਣ ਲੱਗਾ ਸਲਾਬ ਤੇ ਭੁਗਤ ਲਓ ਪਾਣੀ ਤੁਹਾਡੇ ਵੱਲ ਆ ਰਿਹਾ। ਇਹ ਤੁਹਾਨੂੰ ਯਕੀਨ ਨਹੀਂ ਆਏਗਾ ਕਿ ਵਾਕਈ ਕੋਈ ਬੰਦਾ ਇਹੋ ਜਿਹੀ ਘਟੀਆ ਗੱਲ ਕਰ ਸਕਦਾ ਹੈ, ਉਹ ਵੀ PTV ਤੇ ਨੌਕਰੀ ਕਰਨ ਵਾਲਾ, ਉਹ ਵੀ ਬਾਜੀ ਮਰੀਮ ਦਾ ਆਪਣਾ ਦਾਦਾ, ਜਿਹਨੂੰ ਬਾਜੀ ਮਰੀਮ फॉलो भी करते हैं, रीट्वीट भी करते हैं, इंडोर्स भी करते हैं। जरा देख लो पड़ता है। लेकिन सैलाब के दबाव को कम करने का एक तरीका यह भी हो सकता है, ठीक है। बड़े तरीके हो सकते हैं और सारे तरीके एक वक्त में रूबे बनाने होते हैं, दरख्त भी लगने होते हैं, ठीक है, बड़े डैम भी बनने होते हैं, छोटे डैम भी बनने होते हैं, सैलाबी नहरें भी निकलनी होती हैं, सब कुछ होना होता है। यहां पे एक गंदी नस्ल हमारे साथ मुंसलिक हो गई है। वो गंदी नस्ल के जब हम यहां पे कोई टोया भी खोद दें कि यार इसके अंदर पानी जमा हो जाएगा, उनको रोला पड़ जाता, हमारा सिंधु, हम बंदरों की तरह नाचना शुरू कर देते हैं। ये बांदर की नस्ल, ठीक है ना, सिंधु सिंधु सिंधु, इनको सिंधु की पड़ जाती है। अब डुबो, आ रहा है पानी आपकी तरफ, डूबिए। देख लिया जी, ਇਹ ਕੌਮ ਫੀਲਡ ਮਾਰਸ਼ਲ ਸਾਹਿਬ ਲੈ ਕੇ ਆਏ ਨੇ, ਇਹ ਹੁਣ ਪੰਜਾਬੀ ਹੋ ਕੇ ਤੇ ਸਿੰਧੀਆਂ ਨੂੰ ਗਾਲਾਂ ਕੱਢਣ ਡਿਆ ਬਹਿ ਕੇ, ਤੇ ਉਹਨਾਂ ਨੂੰ ਆਂਦਾ ਵੀ ਤੁਹਾਨੂੰ ਪਾਣੀ ਚਾਹੀਦਾ ਸੀ, ਇਹ ਛੱਡ ਦਿੱਤਾ, ਹੁਣ ਪਾਣੀ ਭੁਗਤ ਲਓ, ਹੁਣ ਸਾਂਭ ਲਓ ਪਾਣੀ ਜਿਹੜਾ ਸਾਂਭਣਾ। ਮਤਲਬ ਕਿ ਨਫ਼ਰਤ ਦੀ ਅੱਗ ਲਾ ਰਿਹਾ ਬੰਦਾ। ਔਰ ਇਹ ਖਾਸ ਉਲ ਖਾਸ ਮਰੀਮ ਨਵਾਜ਼ ਸਾਹਿਬਾ ਦੇ ਕਰੀਬੀ ਤਰੀਨ ਆਦਮੀ ਨੇ, ਇਹਨਾਂ ਨੂੰ ਇੰਡੋਰਸ ਵੀ ਕਰਦੇ ਨੇ, ਇਹਨਾਂ ਦੀ ਨੌਕਰੀ ਵੀ ਲਵਾਈ ਹੈ, ਇਹਨਾਂ ਦੇ ਕਰੀਬ ਤਰੀਨ ਵੀ ਨੇ। ਤੇ ਤੁਸੀਂ ਹਿਸਾਬ ਲਾ ਲਓ ਕਿ ਇਹ ਇੱਕ ਮਿਡਲ ਮੈਟ੍ਰਿਕ ਪਾਸ ਜਿਹੜੀ ਨਾ ਖਵਾਉਂਦਾ ਜਾਂ ਨੀਮ ਨਾ ਖਵਾਉਂਦਾ ਬਾਜੀ ਹੈ, ਉਹਦੀਆਂ ਤੁਸੀਂ ਚੋਇਸਿਸ ਵੇਖ ਲਓ, ਉਹਦੇ ਜਿਹੜੇ ਕੰਮ ਵੇਖ ਲਓ, ਉਹਦੇ ਲਾਗੇ ਵਾਲੇ ਬੰਦੇ ਵੇਖ ਲਓ, ਤੇ ਤੁਹਾਨੂੰ ਸਾਰਾ ਚਾਨਣ ਹੋ ਜਾਏਗਾ ਵੀ ਇਹ ਜਿਹੜੀਆਂ ਮਸਜਿਦ ਤੇ ਬਾਜੀ ਤਸਵੀਰਾਂ ਲਵਾਉਂਦੀ ਹੈ, ਬਾਕੀ ਕੰਮ ਕਰਦੀ ਹੈ, ਉਹ ਕੋਈ ਅਸੀਂ ਐਵੇਂ ਹੈਰਾਨ ਹੁੰਦੇ, ਲੇਕਿਨ ਬਾਜੀ ਦੀ ਜਿਹੜੀ ਕੁਰਬਤ ਹੈ, ਜਿਹੜੀ ਬਾਜੀ ਦੀ ਕੰਪਨੀ ਹੈ, ਉਹਨੂੰ ਵੇਖ ਕੇ ਸਮਝ ਆਉਂਦੀ ਹੈ ਵੀ ਕੰਮ ਇਹੋ ਜਿਹੀ ਬਾਜੀ ਨੂੰ ਕਰਨੇ ਚਾਹੀਦੇ ਨੇ। ਅੱਛਾ ਜੀ, ਅੱਗੋਂ ਇਹ ਬਾਜੀ ਦੇ ਕਜ਼ਨ ਨੇ, ਇਹ ਬਿਲਾਲ ਯਾਸੀਨ ਸਾਹਿਬ ਇਹਨਾਂ ਦਾ ਨਾਂ ਹੈ, ਵਜ਼ੀਰੇ ਹਾਊਸਿੰਗ ਨੇ। ਇਹਦੇ 'ਚ ਵੀ ਬੜਾ ਮਾਲ ਪਾਣੀ ਹੁੰਦਾ ਹਾਊਸਿੰਗ ਦੇ ਵਿੱਚ, ਇਹ ਸਾਰਾ ਜਿਹੜੀਆਂ ਕਲੋਨੀਆਂ ਸ਼ਲੂਨੀਆਂ ਕੱਟਦੇ ਨੇ ਸਾਰੇ, ਸਮਝਦੇ ਹੋ ਨਾ, NOC ਪੂਰਾ ਭਰਵਾਂ ਮਾਲ ਹੁੰਦਾ ਹੈ, ਬਾਜੀ ਨੇ ਘਰ 'ਚ ਹੀ ਰੱਖੀ ਹੈ। ਵਜ਼ੀਰੇ ਹਾਊਸਿੰਗ ਪੰਜਾਬ ਬਿਲਾਲ ਯਾਸੀਨ ਸਾਹਿਬ ਉਹ ਗਏ ਨੇ ਦੌਰੇ ਤੇ ਸਲਾਬ ਦੇ ਵਿੱਚ, ਉੱਥੇ ਛੋਟੀ ਬੱਚੀ ਕੋਲੋਂ ਕੀ ਪੁੱਛਦੇ ਨੇ ਇਹ ਸੁਣ ਲਓ। ਬਿਰਿਆਨੀ ਖਾਧੀ ਸੀ? ਬਿਰਿਆਨੀ 'ਚ ਬੋਟੀ ਹੈ ਸੀ? ਬਿਰਿਆਨੀ 'ਚ ਬੋਟੀ ਹੈ ਸੀ? ਬਾਕੀ ਹੈ ਸੀ ਬੋਟੀ ਇਹਦੇ ਵਿੱਚ ਹੈ? ਦਫਾ ਚੁੱਕ ਕੇ ਦੱਸੋ, ਤੁਸੀਂ ਖਾਣਾ ਖਾਧਾ ਸਭ ਨੇ? ਸੁਣ ਲਿਆ ਜੀ, ਇਹ ਤੁਹਾਡੇ ਟੈਕਸ ਦੇ ਪੈਸਿਆਂ ਦੇ ਉੱਤੇ ਉਹਨੂੰ ਪੁੱਛਦੇ ਨੇ ਵੀ ਪੁੱਤਰ ਬਿਰਿਆਨੀ ਖਾਧੀ ਹੈ? ਆਂਦੀ ਹਾਂਜੀ। ਬਿਰਿਆਨੀ 'ਚ ਬੋਟੀ ਹੈਗੀ ਸੀ? ਮੈਂ ਕੁਰਬਾਨ ਜਾਵਾਂ, ਤੁਹਾਡੇ ਇੱਕ ਤੇ ਤੁਸੀਂ ਪੜ੍ਹੇ ਲਿਖੇ ਨਹੀਂ, ਉੱਤੋਂ ਤੁਸੀਂ ਬੇਸ਼ਰਮ ਵੀ ਹੋ ਸਾਰੇ ਮਾਜ਼ਰਤ ਦੇ ਨਾਲ। ਮਤਲਬ ਇਹੋ ਜਿਹੀਆਂ ਗੱਲਾਂ ਬੱਚਿਆਂ ਦੇ ਕੋਲੋਂ ਪੁੱਛੀ ਦੀਆਂ ਨੇ। ਇਹ ਅਗਰ ਪੁੱਛਣੀ ਵੀ ਹੈ ਤੇ ਮੀਡੀਆ 'ਤੇ ਨਾ ਪੁੱਛੋ, ਇਹ ਕਹੋ ਕਿ ਬਿਰਿਆਨੀ ਲਿਆ ਕੇ ਵਿਖਾਓ ਵੀ ਬੱਚਿਆਂ ਨੂੰ ਕਿਹੜੀ ਦਿੱਤੀ ਹੈ। ਮਤਲਬ ਕੋਈ ਥੋੜ੍ਹੀ ਜਿਹੀ ਕੋਈ ਤੁਹਾਨੂੰ ਤਮੀਜ਼ ਨਹੀਂ, ਕੋਈ ਗੱਲਬਾਤ ਨਹੀਂ। ਮਤਲਬ ਉਹ ਬਿਰਿਆਨੀ ਮੰਗਵਾ ਕੇ ਵੇਖ ਲਓ ਵੀ ਉਹ 'ਚ ਬੋਟੀਆਂ ਹੈ ਨੇ ਕਿ ਨਹੀਂ ਆਪ, ਜਾਂ ਆਖੋ ਮੈਂ ਵੀ ਬਿਰਿਆਨੀ ਖਾਣੀ ਹੈ, ਇੱਕ ਮੇਰੀ ਬੱਚੀ ਨੂੰ ਹੋਰ ਬਿਰਿਆਨੀ ਲਿਆ ਕੇ ਦਿਓ ਤੇ ਇੱਕ ਮੈਂ ਖਾਣੀ ਹੈ। ਤੇ ਉੱਥੇ ਫਿਰ ਲੋਕਾਂ ਕੋਲੋਂ ਪੁੱਛੋ ਵੀ ਬਈ ਇਹ ਜਿਹੜੀ ਬਿਰਿਆਨੀ ਮੈਨੂੰ ਲੱਭੀ ਹੈ, ਇਹ ਬਿਰਿਆਨੀ ਤੁਹਾਨੂੰ ਲੱਭੀ ਹੈ ਜਾਂ ਫਰਕ ਲੱਭੀ ਹੈ। ਉਹ ਗੱਲ ਕਰਨ ਦਾ ਸਲੀਕਾ ਹੁੰਦਾ, ਕੋਈ ਤਰੀਕਾ ਹੁੰਦਾ। ਪਤਾ ਨਹੀਂ ਕਿੱਥੋਂ ਸਾਨੂੰ ਟੱਕਰ ਗਏ ਨੇ ਸਾਰੇ ਦੇ ਸਾਰੇ, ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਿੱਥੋਂ ਲੈਂਦੇ ਨੇ ਤੇ ਇਹ ਕੀ ਕਰਨਾ ਚਾਹੁੰਦੇ ਨੇ ਤੇ ਕਿੱਥੇ ਪਹੁੰਚਣਾ ਚਾਹੁੰਦੇ ਨੇ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਉਹ ਇਮਰਾਨ ਖਾਨ ਸਾਹਿਬ ਦੀ ਸਿਹਤ ਦੇ ਬਾਰੇ। ਤੁਹਾਨੂੰ ਪਤਾ ਹੈ ਕਿ ਉਹਨਾਂ ਦੀਆਂ ਮਸ਼ੀਰਾ ਭੈਣਾਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਇੱਕ ਅੱਖ ਦੇ ਵਿੱਚ ਧੁੰਦਲਾ ਨਜ਼ਰ ਆਇਆ ਸੀ ਥੋੜ੍ਹਾ ਜਿਹਾ। ਉਹ ਹੋ ਸਕਦਾ ਟੈਂਪਰੇਰੀ ਹੋਵੇ, ਲੇਕਿਨ ਬਹਰਹਾਲ ਡਾਕਟਰ ਨੂੰ ਚੈੱਕਅਪ ਕਰਵਾਉਣਾ ਬੜਾ ਜ਼ਰੂਰੀ ਹੈ, ਜਿਹੜਾ ਕਿ ਤਕਰੀਬਨ
8-10 ਮਹੀਨੇ ਤੋਂ ਉਹਨਾਂ ਦੇ ਜਿਹੜੇ ਜ਼ਾਤੀ ਮੁਆਲਜ ਨੇ ਉਹਨਾਂ ਨੂੰ ਚੈੱਕਅਪ ਨਹੀਂ ਕਰਨ ਦਿੱਤਾ ਜਾ ਰਿਹਾ ਇਮਰਾਨ ਖਾਨ ਸਾਹਿਬ ਦਾ। ਪਿਛਲੇ ਸਾਲ ਨਵੰਬਰ ਦੇ ਵਿੱਚ ਗਾਲਬਨ ਡਾਕਟਰ ਆਸਿਮ ਨੂੰ ਚੈੱਕ ਕਰਨ ਦਿੱਤਾ ਸੀ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਡਾਕਟਰ ਸੀ ਉਹ ਸੌਂਦਾ ਹੀ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਸੀ। ਮਤਲਬ ਮੁਹਾਵਰਾ ਤੁਹਾਨੂੰ ਕਹਿ ਰਿਹਾ, ਸੌਂਦਾ ਤਾਂ ਨਹੀਂ ਸੀ ਨਾਲ, ਲੇਕਿਨ ਇਹਨਾਂ ਨਾਲ ਰਹਿੰਦਾ ਸੀ ਜੇਲ੍ਹ 'ਚ ਵੀ। ਇੰਝ ਹੀ ਸੀ ਵੀ ਉਹਨੂੰ ਵੀ ਜੇਲ੍ਹ ਹੋਈ ਹੈ, ਉਹ ਨਾਲ ਹੀ ਰਹਿੰਦਾ ਸੀ। ਜਿਹੜੇ 2-3 ਮਹੀਨੇ 4 ਮਹੀਨੇ ਮੀਆਂ ਸਾਹਿਬ ਰਹੇ ਨੇ ਜੇਲ੍ਹ 'ਚ, ਉਹ ਨਾਲ ਹੀ ਰਹਿੰਦਾ ਸੀ। ਇੱਥੇ ਇਮਰਾਨ ਖਾਨ ਦੇ ਜ਼ਾਤੀ ਮੁਆਲਜ ਜਿਹੜੇ ਨੇ ਉਹਨਾਂ ਨੂੰ ਚੈੱਕਅਪ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਇੱਕ ਨਵਾਂ ਹੀ ਇੱਕ ਜ਼ੁਲਮ ਹੈ, ਇੱਕ ਨਵੀਂ ਸੂਰਤ ਹਾਲ ਹੈ ਇਮਰਾਨ ਖਾਨ ਤੇ ਵੀ, ਉਹਨਾਂ ਦੀ ਬੇਗਮ ਦੇ ਉੱਤੇ ਵੀ, ਔਰ ਜ਼ਾਹਿਰ ਹੈ ਉਹਨਾਂ ਦੇ ਬਾਕੀ ਸਾਥੀਆਂ ਦੇ ਉੱਤੇ ਵੀ। ਲੇਕਿਨ ਹੁਣ ਦੁਬਾਰਾ ਇੱਕ ਦਰਖਾਸਤ ਦਿੱਤੀ ਅਦਾਲਤ ਦੇ ਵਿੱਚ, ਵੇਖਦੇ ਇਹਦੇ 'ਚੋਂ ਕੀ ਬਣਦਾ। ਲੇਕਿਨ ਬਹਰਹਾਲ ਇਹਨਾਂ ਦਾ ਦਿਲ ਕੋਈ ਨਹੀਂ ਹੈ ਕਿ ਕਿਸੇ ਵੀ ਸੂਰਤ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਉਹ ਉਹਨਾਂ ਨੂੰ ਡਾਕਟਰ ਦੀ ਜਿਹੜੀ ਹੈ ਉਹ ਸਹੂਲਤ ਜਿਹੜੀ ਉਹ ਦਿੱਤੀ ਜਾਵੇ। ਅੱਛਾ ਜੀ, ਅੱਗੋਂ ਹੈ ਬਾਜੀ ਮਰੀਮ। ਤੁਹਾਨੂੰ ਪਤਾ ਹੈ ਕਿ ਅਕਸਰ ਪ੍ਰੋਜੈਕਟ ਲਾਂਚ ਕਰਦੇ ਰਹੇ ਨੇ। ਇਹਦੇ ਉੱਤੇ ਮੈਂ, ਕਿਉਂਕਿ ਮੇਰੀ ਭੈਣ ਹੈ, ਮੈਂ ਜ਼ਿਆਦਾ ਤਬਸਰਾ ਨਹੀਂ ਕਰ ਸਕਦਾ। ਇਹ ਗੱਲ ਹੀ ਇਹੋ ਜਿਹੀ ਹੈ, ਬਹੁਤਾ ਤਬਸਰਾ ਕਰਾਂਗੇ ਤਾਂ ਤੁਸੀਂ ਮੈਨੂੰ ਬੇਸ਼ਰਮ ਆਖੋਗੇ। ਐ ਮੈਂ ਸਿਰਫ ਪੜ੍ਹ ਕੇ ਦੱਸ ਦਿੰਦਾ ਜਿਹੜਾ ਸੋਸ਼ਲ ਮੀਡੀਆ 'ਤੇ ਫਿਰਨ ਡਿਆ। ਮਰੀਮ ਕੀ ਸਵਾਰੀ ਸਸਤੀ ਔਰ ਮਿਆਰੀ। ਹਾਂਜੀ, ਇਹ ਜਨਾਬ ਉਹਨਾਂ ਨੇ ਇੱਕ ਬਰੋਸ਼ਰ ਕੱਢਿਆ ਹੋਇਆ, ਇਹ ਸਵਾਰੀ ਕੱਢੀ ਹੋਈ ਹੈ। ਇਹ ਹੁਣ ਇਹ ਜੁਮਲਾ ਜਿਹੜਾ ਲਿਖਿਆ ਹੈ ਸਿਰਫ ਆਪਣੀ ਤਸਵੀਰ 'ਤੇ ਨਾ ਲਾਉਣ ਨੂੰ, ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰੋ ਬਈ ਜਿਹਨੇ ਵੀ ਲਿਖਿਆ ਹੈ। ਜ਼ਾਹਿਰ ਹੈ ਅਕਲ ਤੇ ਬਾਜੀ ਜੀ ਪੂਰੀ ਉਹ ਲਗਵਾਉਣਾ ਚਾਹੁੰਦੀ ਹੈ ਆਪਣੀ ਤਸਵੀਰ ਹਰ ਥਾਂ 'ਤੇ, ਪਰ ਤੁਸੀਂ ਤਾਂ ਕੋਈ ਆ ਕਰ ਲਓ, ਕੋਈ ਜੁਮਲਾ ਹੀ ਬਣਾਉਣ ਵਾਲਾ ਬਣਾ ਲਓ ਵੀ ਕਿਸ ਤਰ੍ਹਾਂ ਬਣਾਉਣਾ। ਲੇਕਿਨ ਸਮਝ ਤੋਂ ਬਾਹਰ ਇਹਦੇ 'ਤੇ ਕੀ ਗੱਲ ਕਰੀਏ। ਅੱਗੋਂ ਹੈ ਤਸਵੀਰ ਵੇਖ ਲਓ, ਡਾਰ ਸਾਹਿਬ ਨੇ ਇੱਕ ਪਾਸੇ, ਵਿੱਚ ਚੀਫ ਸਾਹਿਬ ਨੇ ਤੇ ਇੱਕ ਪਾਸੇ ਡੈਂਟੋਨਿਕ ਨੇ। ਵੈਸੇ ਕਿਆ ਕੰਪਨੀ ਹੈ ਜਨਾਬ ਚੀਫ ਸਾਹਿਬ ਤੁਹਾਡੀ ਵੀ। ਆਂਦੇ ਨਾ ਬੰਦਾ ਆਪਣੀ ਕੰਪਨੀ ਤੋਂ ਪਛਾਣਿਆ ਜਾਂਦਾ ਹੈ, ਆਪਣੇ ਯਾਰਾਂ ਸੰਗੀਆਂ ਤੋਂ ਪਛਾਣਿਆ ਜਾਂਦਾ। ਬੜੀ ਜ਼ਬਰਦਸਤ ਜਗ੍ਹਾ 'ਤੇ ਬੈਠੇ ਹੋ, ਵੈਸੇ ਸਹੀ ਬੈਠੇ ਹੋ। ਇੱਥੇ ਹੀ ਜਨਾਬ ਤੁਹਾਨੂੰ ਬਹਿਣਾ ਚਾਹੀਦਾ। ਇਹ ਹੀ ਤੁਹਾਡੀ ਜਿਹੜੀ ਕੰਪਨੀ ਅਸਲ ਦੇ ਵਿੱਚ ਇਹ ਹੀ ਹੈ, ਇਹ ਹੀ ਤੁਹਾਡੇ ਇੰਟਰਸਟ ਵਾਲੇ ਲੋਕ ਨੇ ਸਾਰੇ, ਤੇ ਇਹਨਾਂ ਨਾਲ ਹੀ ਤੁਹਾਡਾ ਕਰੂਰਾ ਵੀ ਰਲਦਾ, ਮਤਲਬ ਕਿ ਦਿਮਾਗ ਵੀ ਰਲਦਾ ਹੈ, ਦਿਲ ਵੀ ਰਲਦਾ ਹੈ, ਤੁਹਾਡੇ ਜਿਹੜੇ ਖਿਆਲਾਤ ਨੇ ਉਹ ਵੀ ਰਲਦੇ ਨੇ, ਤੁਹਾਡੀ ਜਿਹੜੀ ਮਸ਼ਾਗਲ ਨੇ ਉਹ ਵੀ ਰਲਦੇ ਨੇ। ਤੇ ਬਹਰਹਾਲ ਠੀਕ ਹੈ, ਐਵੇਂ ਹੀ ਦੁਨੀਆ ਜਿਹੜੀ ਉਹ ਵਿਚਾਰੀ ਪਰੇਸ਼ਾਨ ਫਿਰਦੀ ਹੈ, ਲੇਕਿਨ ਅਸਲ ਤੇ ਮਾਮਲਾ ਜਿਹੜਾ ਹੈ ਉਹ ਇੱਥੇ ਤੁਹਾਡੀ ਰੁੱਝੇ ਵਸੇ ਹੋ ਇੱਕ ਦੂਜੇ ਨਾਲ। ਅੱਛਾ ਜੀ, ਅਜ਼ਮਾ ਬੁਖਾਰੀ ਸਾਹਿਬਾ ਨੇ ਸ਼ਰੀਫ ਖਾਨਦਾਨ ਦੇ ਉੱਤੇ ਹੀ ਇੱਕ ਹਮਲਾ ਕਰ ਛੱਡਿਆ। ਲੇਕਿਨ ਉਸ ਤੋਂ ਪਹਿਲੇ ਜਿਹੜੇ ਸਹਾਫੀ ਉੱਥੇ ਫਲੱਡ ਦੇ ਵਿੱਚ ਕਵਰ ਕਰ ਰਹੇ ਨੇ, ਜਿਹੜਾ ਰੈਗੂਲਰ ਮੀਡੀਆ ਉਹਦੇ 'ਤੇ ਕਵਰ ਨਹੀਂ ਕਰਨ ਦੇ ਨੇ, ਜਿਹੜੇ YouTube ਦੇ ਉੱਤੇ ਬੰਦੇ ਸਹਾਫਤ ਕਰਦੇ ਨੇ ਉਹ ਕਵਰ ਕਰ ਰਹੇ ਨੇ। ਹੁਣ ਬਾਜੀ ਅਜ਼ਮਾ ਨੇ ਕਿਹਾ ਹੈ ਕਿ ਕੁਝ YouTube ਦੇ ਜਿਹੜੇ ਸਹਾਫੀ ਨੇ ਉਹ ਸੈਲਾਬ ਜ਼ਦਗਾਨ ਦੇ ਲਾਗੇ ਜਾ ਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਹਕੂਮਤ ਦੇ ਖਿਲਾਫ ਬਿਆਨ ਦਿਓ। ਉਹਨਾਂ ਕਿਹਾ ਵੀ ਬੰਦੇ ਬਣ ਜਾਓ, ਤੁਹਾਡੇ ਖਿਲਾਫ ਮੈਂ ਐਕਸ਼ਨ ਵੀ ਲਵਾਂਗੀ, ਤੇ ਐਕਸ਼ਨ ਵੀ ਹੋ ਸਕਦਾ। ਧਮਕੀ ਦਿੱਤੀ ਉਹਨਾਂ ਨੇ। ਉਹਨਾਂ ਕਿਹਾ ਵੇਲਾ ਠੀਕ ਨਹੀਂ ਚੱਲ ਰਿਹਾ, ਵਰਨਾ ਮੈਂ ਤੁਹਾਡੇ ਖਿਲਾਫ ਐਕਸ਼ਨ ਲੈ ਦੇਣਾ, ਪੀਕਾ ਸ਼ੀਕਾ ਲਾ ਦੇਣਗੇ ਨਾ। ਅੱਗੋਂ ਸੁਣ ਲਓ, ਅਜ਼ਮਾ ਬੁਖਾਰੀ ਸਾਹਿਬਾ ਨੇ ਅੱਗੋਂ ਘਰ ਹੀ ਗੋਲ ਕਰ ਦਿੱਤਾ। ਇਹ ਬਾਜੀ ਤੁਹਾਨੂੰ ਪਤਾ ਇਹਦੀ ਵੀ ਕੈਂਚੀ ਤਰ੍ਹਾਂ ਜ਼ੁਬਾਨ ਬਹੁਤ ਚੱਲਦੀ ਹੈ, ਰੁਕਦੀ ਨਹੀਂ ਹੈ। ਕਈ ਵਾਰੀ ਫਿਰ ਏਡੀ ਜ਼ਿਆਦਾ ਚੱਲ ਜਾਂਦੀ ਹੈ ਵੀ ਘਰ ਹੀ ਹਮਲਾ ਕਰ ਦਿੰਦੀ ਹੈ। ਬਾਜੀ ਨੇ ਹੁਣ ਘਰ ਹਮਲਾ ਇਹ ਕੀਤਾ ਹੈ ਕਿ ਮਰੀਮ ਨਵਾਜ਼ ਦੀ ਤਸਵੀਰ ਦੇ ਉੱਤੇ ਜਿਹੜੇ ਇਤਰਾਜ਼ ਕਰਦੇ ਨੇ ਉਹ ਨੇ ਜਿਹੜੇ ਲੋਕ ਫਤਰਾਨੇ ਦੇ ਚੌਲਾਂ 'ਤੇ ਵੀ ਤਸਵੀਰ ਲਾਉਂਦੇ ਨੇ, ਜ਼ੱਚਾ ਬੱਚਾ ਦੇ ਸੈਂਟਰ 'ਤੇ ਵੀ, ਤੇ ਬੈਤੁਲ ਖਲਾ 'ਤੇ ਵੀ ਤਸਵੀਰਾਂ ਲਵਾਉਂਦੇ ਨੇ। ਹੁਣ ਇਹ ਅਸੀਂ ਜਿਸ ਵੇਲੇ ਤਹਿਕੀਕ ਕੀਤੀ ਤੇ ਅੱਜ ਤੱਕ ਪਾਕਿਸਤਾਨ ਦੇ ਵਿੱਚ ਕਿਸੇ ਬੰਦੇ ਨੇ ਬੈਤੁਲ ਖਲਾ ਦੇ ਉੱਤੇ ਤਸਵੀਰ ਨਹੀਂ ਲਵਾਈ ਸਿਵਾਏ ਸ਼ਹਿਬਾਜ਼ ਸ਼ਰੀਫ ਸਾਹਿਬ ਤੋਂ। ਇਸੇ ਤਰੀਕੇ ਨਾਲ ਜ਼ੱਚਾ ਬੱਚਾ, ਤੁਹਾਨੂੰ ਯਾਦ ਹੈ ਬਾਜੀ ਮਰੀਮ ਵਾਹਿਦ ਨੇ ਜਿਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਹੋਣ, ਬਲੱਡ ਰਿਪੋਰਟ ਕੋਈ ਕਰਾਏਗਾ, ਪ੍ਰੈਗਨੈਂਸੀ ਦੀ ਕਰਾਏਗਾ, ਜਿਹੜੀ ਵੀ ਕਰਾਏਗਾ, MRI ਕਰਾਏਗਾ, ਉੱਥੇ ਯਾਦ ਹੋਏਗਾ ਤੁਹਾਨੂੰ ਬਾਜੀ ਮਰੀਮ ਦੀਆਂ ਤਸਵੀਰਾਂ ਆਉਂਦੀਆਂ ਸਨ। ਇਹਦਾ ਮਤਲਬ ਹੈ ਕਿ ਇਹਨਾਂ ਨੇ ਆਪੇ ਹੀ ਘਰ ਹੀ ਗੋਲ ਕਰ ਦਿੱਤਾ ਅਸਲ ਦੇ ਵਿੱਚ, ਤੇ ਸ਼ਰੀਫ ਖਾਨਦਾਨ ਨੂੰ ਐਕਸਪੋਜ਼ ਕਰ ਛੱਡਿਆ। ਇਹ ਯਾਦ ਹੈ ਤੁਹਾਨੂੰ ਪਹਿਲਾਂ ਵੀ ਬਾਜੀ ਮਰੀਮ ਜਿਹੜੀ ਜਦੋਂ ਆਪਣਾ ਅਜ਼ਮਾ ਬੁਖਾਰੀ ਜਿਸ ਵੇਲੇ ਪੀਪਲਸ ਪਾਰਟੀ 'ਚ ਹੁੰਦੀ ਸੀ ਤੇ ਪਹਿਲਾਂ ਵੀ ਬੁਰਾ ਭਲਾ ਕਹਿੰਦੀ ਸੀ ਸ਼ਰੀਫਾਂ ਨੂੰ, ਨਵਾਜ਼ ਸ਼ਰੀਫ ਨੂੰ ਵੀ। ਮਰੀਮ ਨਵਾਜ਼ ਨੂੰ ਆਉਂਦੀ ਸੀ ਤੇ ਕਾਉਂਸਲਰ ਨਹੀਂ ਬਣ ਸਕਦੀ, ਯਾਦ ਕਰੋ। ਇਹ ਤੁਹਾਨੂੰ ਇੱਕ ਟੁਕੜਾ ਸੁਣਵਾ ਦੇਣੇ, ਸੁਣੋ। आए ना मरियम नवाज मेरे साथ आके बैठे बात करें, बीबी आप हैं कौन? आप काउंसलर नहीं हो सकती, आपकी ये औकात है। ਇਹ ਅਸਲ ਜੇ AI ਦੀ ਵੀਡੀਓ ਨਹੀਂ ਹੈ, ਇਹ ਉਸ ਵੇਲੇ ਅਜ਼ਮਾ ਬੁਖਾਰੀ ਸਾਹਿਬ ਪੀਪਲਸ ਪਾਰਟੀ ਸਨ ਤੇ ਇੰਜ ਬੇਇੱਜ਼ਤ ਕਰਦੀਆਂ ਹੁੰਦੀਆਂ ਸਨ ਨਵਾਜ਼ ਸ਼ਰੀਫ ਨੂੰ ਵੀ ਤੇ ਬਾਜੀ ਮਰੀਮ ਨੂੰ ਵੀ। ਇਹ ਮੇਰਾ ਖਿਆਲ ਕਿਤੇ ਪਹੁੰਚ ਚੜ ਗਏ ਨੇ, ਸਿਰ ਨੂੰ ਦੁਬਾਰਾ ਉਹ ਪੁਰਾਣੇ ਵਕਤ ਚਲੇ ਗਏ ਨੇ, ਜਾਂ ਗਜਨੀ ਵਾਲੀ ਉਹ ਜਿਹੜੀ ਯਾਦਦਾਸ਼ਤ ਹੈ ਉਹ ਹੋ ਗਈ ਹੈ, ਤੇ ਉਹਨਾਂ ਨੇ ਜਨਾਬ ਮੂੰਹ ਫਟ ਸਾਹਿਬਾਂ ਨੇ ਜਿਹੜਾ ਉਹ ਕੰਮ ਦੁਬਾਰਾ ਪਾ ਦਿੱਤਾ। ਅਗਲੀ ਖਬਰ, ਲਾਹੌਰ ਦੇ ਤਾਰੀਖੀ ਵਿਰਸੇ ਦੀ ਬਹਾਲੀ ਵਾਸਤੇ ਔਰ ਤਹਫਜ਼ ਵਾਸਤੇ ਇੱਕ ਅਥਾਰਟੀ ਕਾਇਮ ਕੀਤੀ ਗਈ, ਔਰ ਲਾਹੌਰ ਦੇ ਤਾਰੀਖੀ ਵਿਰਸੇ ਦੀ ਬਹਾਲੀ ਵਾਸਤੇ ਇੱਕ ਅਥਾਰਟੀ ਕਾਇਮ ਕੀਤੀ ਗਈ, ਔਰ ਨਵਾਜ਼ ਸ਼ਰੀਫ ਸਾਹਿਬ ਨੂੰ ਉਹਦਾ ਪੈਟਰਨ ਐਂਡ ਚੀਫ ਬਣਾਤਾ। ਔਰ ਮਕਸਦ ਕੀ ਸੀ ਵੀ ਲਾਹੌਰ ਦਾ ਵਿਰਸਾ ਜਿਹੜਾ ਉਹ ਵਾਪਸ ਰਿਵਾਈਵ ਕਰਨਾ ਹੈ। ਹੁਣ ਵੇਖੋ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ ਤੇ ਫਿਰ ਨਵਾਜ਼ ਸ਼ਰੀਫ ਸਾਹਿਬ ਦੀ ਤੇ ਪੂਰੀ ਚੱਲਦੀ ਹੈ ਨਾ ਹੱਥਾਂ 'ਤੇ, ਉਹਨਾਂ ਦੀ ਤੇ ਰਾਵੀ 'ਤੇ ਵੀ ਚੱਲਦੀ ਹੈ। ਬਸ ਉਹਨਾਂ ਫਿਰ ਦਰਿਆਏ ਰਾਵੀ ਨੂੰ ਹੁਕਮ ਦਿੱਤਾ ਵੀ ਲਾਹੌਰ ਦੀ ਹਰ ਸ਼ੈ ਵਾਪਸ ਕਰ ਦੇ। ਦਰਿਆਏ ਰਾਵੀ ਚੜ੍ਹ ਆਇਆ, ਫਿਰ ਉਹਨੇ ਲਾਹੌਰ ਦਾ ਤਾਰੀਖੀ ਵਿਰਸਾ ਵਾਪਸ ਕਰ ਦਿੱਤਾ। ਉਹ ਉੱਥੇ ਵਗਿਆ ਆ ਕੇ ਜਿੱਥੇ ਪਹਿਲਾਂ ਵਗਦਾ ਸੀ, ਮਤਲਬ ਉਹਨੇ ਲਾਹੌਰ ਦੀ ਤਾਰੀਖ ਨੂੰ, ਸਕਾਫਤ ਨੂੰ ਰਿਵਾਈਵ ਕਰ ਦਿੱਤਾ ਵਾਪਸ ਰਾਵੀ ਨੇ। ਲੇਕਿਨ ਉਸ ਤੋਂ ਪਹਿਲਾਂ ਮੀਆਂ ਸਾਹਿਬ ਇੱਥੋਂ ਨਿਕਲ ਕੇ ਚਲੇ ਗਏ ਮਰੀ ਜਾ ਕੇ ਵੀ ਉਹ ਵਿਹਲੇ ਨਹੀਂ ਬੈਠੇ। ਮਰੀ ਜਾ ਕੇ ਉਹਨਾਂ ਨੇ ਮਰੀ ਦੇ ਵਿੱਚ ਦਿਹਾੜੀ ਲਾਉਣ ਦਾ ਕੰਮ ਸ਼ੁਰੂ ਕੀਤਾ। ਤੇ ਹੁਣ ਮਰੀ ਮਾਲ ਰੋਡ ਤੇ ਜਿਹੜੇ ਦੁਕਾਨਦਾਰਾਂ ਦੀਆਂ ਜਿਹੜੀਆਂ ਦੁਕਾਨਾਂ 15-15 ਕਰੋੜ, 10-10, 8-8, 7-7 ਕਰੋੜ ਦੀਆਂ ਨੇ, ਉਹ ਕਰੋੜ 'ਚ ਲੈ ਰਹੇ ਨੇ। ਉੱਥੇ ਹੁਣ ਖੋਰੇ ਕੀ ਕਰਨਾ, ਕਿਹਨੂੰ ਦੇਣੀ ਉਹ ਸਾਰੀ ਜ਼ਮੀਨ, ਕੀ ਉੱਥੇ ਦਿਹਾੜੀ ਲਾਉਣੀ ਹੈ। ਲੇਕਿਨ ਉੱਥੇ ਇਹਨਾਂ ਨੇ ਜਾ ਕੇ ਕੰਮ ਜਿਹੜਾ ਉਹ ਪਾ ਦਿੱਤਾ।
ਹੁਣ ਮੈਨੂੰ ਪਤਾ ਨਹੀਂ ਕਿ ਇਹ ਉੱਥੋਂ ਕਿੰਨਾ ਕਮਾਲ ਬਣਾਉਣਗੇ, ਕਿਹੜੀ ਗੱਲ ਕਰਨਗੇ। ਅੱਛਾ ਜੀ, ਅੱਗੋਂ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਤੂੰ ਲੰਘ ਜਾ ਸਾਡੀ ਖੈਰ, ਇਹ ਟਰੱਕਾਂ ਦੇ ਪਿੱਛੇ ਤੇ ਤੁਸੀਂ ਸੁਣਿਆ ਸੀ। ਇਹ ਉੱਥੇ SCO ਸਮਿਟ ਦੇ ਉੱਤੇ ਜਿੱਥੇ ਗਏ ਨੇ, ਸ਼ਹਬਾਜ਼ ਸ਼ਰੀਫ ਸਾਹਿਬ ਉੱਥੇ ਖਲੋਤੇ ਸਨ ਤੇ ਉਹਨਾਂ ਦੇ ਲਾਗੋਂ ਫਿਰ ਸਾਰੇ ਹੀ ਸਦਰ ਲਾਗੋਂ ਦੀ ਲੰਘ ਕੇ ਜਾ ਰਹੇ ਨੇ ਤੇ ਉਹ ਸਾਨੂੰ ਇਹ ਸਾਰਾ ਮੌਕਾ ਵੇਖ ਕੇ ਇਹ ਯਾਦ ਆਇਆ ਕਿ ਉਹੀ ਗੱਲ ਅਸੀਂ ਕਹਿ ਸਕਦੇ ਹਾਂ ਵੀ ਤੂੰ ਲੰਘ ਜਾ ਸਾਡੀ ਖੈਰ ਹੈ। ਉਹ ਜੋ ਟਰੱਕਾਂ ਦੇ ਪਿੱਛੇ ਤੁਸੀਂ ਲਿਖਿਆ ਹਮੇਸ਼ਾ ਸਾਰੀ ਜ਼ਿੰਦਗੀ ਪੜ੍ਹਿਆ, ਉਹ ਜਿਹੜਾ ਉਹ ਮੁਹਾਵਰਾ ਵੀ ਸਾਨੂੰ ਚੇਤੇ ਆ ਗਿਆ ਜਾਂ ਕਾਲ ਵੀ ਚੇਤੇ ਆ ਗਿਆ ਤੇ ਸ਼ਹਬਾਜ਼ ਸ਼ਰੀਫ ਸਾਹਿਬ ਦੀ ਉੱਥੇ ਜਿਹੜੀ ਹਾਲਤ ਸੀ, ਜਿਹੜੀਆਂ ਲਿੱਲਾਂ ਦੇ ਰਹੇ ਸਨ, ਉਹ ਵੀ ਸਾਨੂੰ ਚੇਤੇ ਆ ਗਿਆ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।